ਹੈਲੋ एवरीवन। ਤਾਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਅੱਜ ਆਪਾਂ ਕਿਹੜਾ ਚੈਪਟਰ ਕਰਨਾ ਹੈ? ਟੈਂਸ, ਜੋ ਕਿ ਫਰੋਮ ਪਲਿੰਥ ਟੂ ਪੈਰਾਮਾਉਂਟ ਬੁੱਕ ਦੇ ਵਿੱਚੋਂ ਲਿਆ ਗਿਆ। ਜਿਵੇਂ ਕਿ ਇਸ ਬੁੱਕ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ, ਦਿਸ ਇਜ਼ ਦ ਵਨ ਆਫ ਦਾ ਬੈਸਟ ਬੁੱਕ ਫॉर ਲਰਨਿੰਗ ਇੰਗਲਿਸ਼। ਫਰੋਮ ਪਲਿੰਥ ਟੂ ਪੈਰਾਮਾਉਂਟ, ਪਲਿੰਥ ਕੀ ਹੁੰਦਾ ਜੀ? ਬੇਸ, ਕਿਸੇ ਚੀਜ਼ ਦਾ ਬੇਸ। ਪੈਰਾਮਾਉਂਟ ਕੀ ਹੁੰਦਾ ਹੈ? ਟॉप। ਤਾਂ ਬੇਸਿਕ ਤੋਂ ਲੈ ਕੇ ਜੇ ਤੁਸੀਂ ਟॉप ਤੱਕ ਜਾਣਾ ਹੈ ਇੰਗਲਿਸ਼ ਦੇ ਵਿੱਚ, ਤਾਂ ਜੇ ਅਸੀਂ ਕੋਈ ਵੀ ਨੌਲੇਜ ਲੈਣੀ ਹੈ, ਇਹ ਬੁੱਕ ਆਪਾਂ ਨੂੰ ਕੰਪਲੀਟ ਸੈਟ ਮਿਲ ਜਾਂਦਾ ਹੈ। ਤਾਂ ਇਹ ਕਿਸ ਚੀਜ਼ ਲਈ ਇੰਪੋਰਟੈਂਟ ਹੈ? ਫॉर ਲਰਨਿੰਗ ਬੇਸਿਕ ਇੰਗਲਿਸ਼। ਇਫ ਯੂ ਵਾਂਟ ਟੂ ਲਰਨ ਬੇਸਿਕ ਇੰਗਲਿਸ਼, then this book is best for you. Useful for competitive exams like SSC, RRB, bank exams, state government job exams and pre-IELTS। ਤਾਂ ਇਹਨਾਂ ਐਗਜ਼ਾਮ ਦੇ ਲਈ ਜੋ ਕੰਪੀਟੀਟਿਵ ਐਗਜ਼ਾਮਸ ਨੇ, ਇਹ ਬੁੱਕ ਕੀ ਹੈ ਸਾਨੂੰ ਬਹੁਤ ਬੈਨੀਫੀਸ਼ੀਅਲ ਹੈ। ਤਾਂ ਜੋ ਆਪਣਾ ਅੱਜ ਦਾ ਚੈਪਟਰ ਹੈ ਉਹ ਕੀ ਹੈ ਜੀ? ਟੈਂਸ। ਟੈਂਸ denotes the time of action as well as the state, ਕਿ ਕਿਸੇ ਕਿਰਿਆ ਦੇ ਹੋਣ ਦੇ ਜੋ ਸਮੇਂ ਨੂੰ ਦਰਸਾਉਂਦਾ ਹੈ ਉਸ ਨੂੰ ਅਸੀਂ ਟੈਂਸ ਕਹਿੰਦੇ ਆ। ਟੈਂਸ ਨੂੰ ਪੰਜਾਬੀ ਵਿੱਚ ਕੀ ਕਿਹਾ ਜਾਂਦਾ ਹੈ? ਕਾਲ। ਤਾਂ ਟੈਂਸ ਤਿੰਨ ਪ੍ਰਕਾਰ ਦਾ ਹੁੰਦਾ ਹੈ। फर्स्ट इज प्रेजेंट टेंस, मीन्स वर्तमान काल, जो समा हुण चल रहा है, जिवें कि अज। सैकेंड है जी पास्ट टेंस, जो समा लंघ चुकिया है, जो भूतकाल है, जिवें कि जो लंघ चुकिया कल है। थर्ड है जी फ्यूचर टेंस, फ्यूचर टेंस मीन्स जो समा हले आउण वाला है, जो समा हले भविख दे विच आवेगा, दैट इज कॉल्ड फ्यूचर टेंस। फर्दर इट कंसिस्ट्स ऑफ 4 फॉर्म्स। ਅੱਗੇ ਇਸ ਦੀਆਂ 4 ਟਾਈਪਸ ਹੁੰਦੀਆਂ ਨੇ, ਇਨਡੈਫੀਨੇਟ, ਕੰਟੀਨਿਊਅਸ, ਪਰਫੈਕਟ ਐਂਡ ਪਰਫੈਕਟ ਕੰਟੀਨਿਊਅਸ। ਤਾਂ ਇਹਨਾਂ ਕਿਸਮਾਂ ਦੇ ਨਾਲ ਅੱਗੇ ਆਪਣੇ ਕੋਲੇ ਜੋ ਟੈਂਸ ਬਣਦੇ ਨੇ ਟੋਟਲ ਇੰਗਲਿਸ਼ ਦੇ ਵਿੱਚ, ਉਹ ਕਿੰਨੇ ਹੁੰਦੇ ਨੇ ਜੀ? 12 ਟੈਂਸਸ। ਉਹ ਕਿਹੜੇ ਕਿਹੜੇ ਨੇ ਹੁਣ ਆਪਾਂ ਉਹ ਦੇਖਾਂਗੇ। ਫਰਸਟ ਵਨ ਇਜ਼ ਪ੍ਰੈਜ਼ੈਂਟ ਇੰਡੈਫੀਨੇਟ, ਪ੍ਰੈਜ਼ੈਂਟ ਕੰਟੀਨਿਊਅਸ, ਪ੍ਰੈਜ਼ੈਂਟ ਪਰਫੈਕਟ ਐਂਡ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ। ਇਸ ਤਰ੍ਹਾਂ ਸਾਡੇ ਕੋਲੇ ਪ੍ਰੈਜ਼ੈਂਟ ਦੇ 4 ਟੈਂਸ ਨਿਕਲ ਕੇ ਅੱਗੇ ਆਉਂਦੇ ਨੇ। ਦੈਨ ਇਸੇ ਤਰ੍ਹਾਂ ਹੀ ਪਾਸਟ ਦੇ ਪਾਸਟ ਇੰਡੈਫੀਨੇਟ, ਪਾਸਟ ਕੰਟੀਨਿਊਅਸ, ਪਾਸਟ ਪਰਫੈਕਟ ਐਂਡ ਪਾਸਟ ਪਰਫੈਕਟ ਕੰਟੀਨਿਊਅਸ। ਦੈਨ ਫਿਊਚਰ, ਫਿਊਚਰ ਇੰਡੈਫੀਨੇਟ, ਫਿਊਚਰ ਕੰਟੀਨਿਊਅਸ, ਫਿਊਚਰ ਪਰਫੈਕਟ ਐਂਡ ਫਿਊਚਰ ਪਰਫੈਕਟ ਕੰਟੀਨਿਊਅਸ ਟੈਂਸ। ਇਸ ਤਰ੍ਹਾਂ ਸਾਡੇ ਕੋਲੇ ਟੋਟਲ 12 ਟੈਂਸਸ ਇੰਗਲਿਸ਼ ਦੇ ਬਣ ਜਾਂਦੇ ਨੇ। ਕੋਈ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਟੈਂਸ ਵਾਲੇ ਚੈਪਟਰ ਦੇ ਵਿੱਚੋਂ ਕੁਐਸਚਨਸ ਕਵਰ ਹੁੰਦੇ ਨੇ, ਤਾਂ ਜੋ ਤੁਸੀਂ ਕਨਫਿਊਜ਼ਿੰਗ ਪੇਅਰਸ ਇਹ ਸਕਰੀਨ ਤੇ ਦੇਖ ਰਹੇ ਹੋਗੇ, ਇਹਨਾਂ ਦੇ ਵਿੱਚੋਂ ਹੀ ਸਭ ਤੋਂ ਵੱਧ ਕੁਐਸਚਨਸ ਆਉਂਦੇ ਨੇ। ਕਨਫਿਊਜ਼ਿੰਗ ਪੇਅਰਸ ਮੀਨਸ ਕਿ ਸਾਨੂੰ ਉੱਥੇ ਕੁਐਸਚਨ ਆਵੇਗਾ, ਉਸ ਵਿੱਚ ਸਾਨੂੰ ਇਹ ਲੱਗੇਗਾ ਕਿ ਇੱਥੇ ਸਿੰਪਲ ਪ੍ਰੈਜ਼ੈਂਟ ਟੈਂਸ ਵੀ ਯੂਜ਼ ਹੋ ਸਕਦਾ ਹੈ ਜਾਂ ਇੱਥੇ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਵੀ ਯੂਜ਼ ਹੋ ਸਕਦਾ ਹੈ। ਇਸ ਤਰ੍ਹਾਂ ਦੇ 4 ਪੇਅਰਸ ਨੇ, ਜਿਵੇਂ ਕਿ ਉੱਥੇ ਕੰਟੀਨਿਊਅਸ ਟੈਂਸ ਤੇ ਪਰਫੈਕਟ ਕੰਟੀਨਿਊਅਸ ਟੈਂਸ ਦੇ ਵਿੱਚ ਕਨਫਿਊਜ਼ਨ ਪਾਇਆ ਹੋਏਗਾ, ਪ੍ਰੈਜ਼ੈਂਟ ਪਰਫੈਕਟ ਤੇ ਸਿੰਪਲ ਪਾਸਟ ਟੈਂਸ ਦੇ ਵਿੱਚ ਕਨਫਿਊਜ਼ਨ ਪਾਇਆ ਹੋਏਗਾ, ਦੈਨ ਸਿੰਪਲ ਪਾਸਟ ਤੇ ਪਾਸਟ ਪਰਫੈਕਟ ਟੈਂਸ ਦੇ ਵਿੱਚ ਕੀ ਹੈ? ਬਹੁਤ ਕਨਫਿਊਜ਼ਨ ਹੁੰਦਾ ਹੈ। ਤਾਂ ਜੇ ਤੁਸੀਂ ਇਹ ਕਨਫਿਊਜ਼ਨਸ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹੁਣ ਆਪਣਾ ਪਹਿਲਾ ਟੈਂਸ ਹੈ ਜੀ, ਉਹ ਕਿਹੜਾ ਹੈਗਾ? ਪ੍ਰੈਜ਼ੈਂਟ ਇੰਡੈਫੀਨੇਟ ਔਰ ਸਿੰਪਲ ਪ੍ਰੈਜ਼ੈਂਟ ਟੈਂਸ। ਇਸ ਨੂੰ ਸਿੰਪਲ ਪ੍ਰੈਜ਼ੈਂਟ ਵੀ ਕਹਿੰਦੇ ਨੇ ਤੇ ਇਸ ਨੂੰ ਪ੍ਰੈਜ਼ੈਂਟ ਇੰਡੈਫੀਨੇਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਡਰ ਪ੍ਰੈਜ਼ੈਂਟ ਇੰਡੈਫੀਨੇਟ ਵੀ ਇਨਕਲੂਡ ਦ ਫੋਲੋਇੰਗ ਐਕਟੀਵਿਟੀਜ਼। ਇਸ ਟੈਂਸ ਦੇ ਵਿੱਚ ਅਸੀਂ ਕਿਹੜੀਆਂ ਐਕਟੀਵਿਟੀਜ਼ ਨੂੰ ਇਨਕਲੂਡ ਕਰਦੇ ਹਾਂ, ਹੁਣ ਅਸੀਂ ਉਹ ਕਰਾਂਗੇ। ਫਸਟ ਵਨ ਇਜ਼ ਰੂਟੀਨ ਐਕਸ਼ਨਸ। ਜੋ ਕੰਮ ਅਸੀਂ ਰੂਟੀਨ ਦੇ ਵਿੱਚ ਕਰਦੇ ਹਾਂ, ਜੋ ਐਕਟੀਵਿਟੀਜ਼ ਕਰਦੇ ਹਾਂ, ਉਹ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਦੇ ਅੰਡਰ ਆਉਂਦੀਆਂ ਨੇ। ਰੈਗੂਲਰ ਐਕਸ਼ਨਸ, ਜੋ ਅਸੀਂ ਡੇਲੀ ਕਰਦੇ ਹਾਂ, ਲਾਈਕ ਆਈ ਕਮ ਹੇਅਰ ਡੇਲੀ, ਮੈਂ ਇੱਥੇ ਰੋਜ਼ ਆਉਂਦਾ। ਤਾਂ ਇਹ ਐਕਸ਼ਨ ਰੋਜ਼ ਹੋ ਰਿਹਾ ਹੈ, ਡੇਲੀ ਹੋ ਰਿਹਾ ਹੈ। ਇੱਥੇ ਵੀ ਅਸੀਂ ਇੰਡੈਫੀਨੇਟ ਪ੍ਰੈਜ਼ੈਂਟ ਇੰਡੈਫੀਨੇਟ ਟੈਂਸ ਯੂਜ਼ ਕਰਾਂਗੇ। ਦੈਨ ਇਰਰੈਗੂਲਰ ਐਕਸ਼ਨਸ। ਇਰਰੈਗੂਲਰ ਐਕਸ਼ਨਸ ਮੀਨਸ ਜੋ ਰੋਜ਼ ਨਹੀਂ ਹੁੰਦੇ ਬਟ ਅਕਸਰ ਹੁੰਦੇ ਹੀ ਰਹਿੰਦੇ ਨੇ। ਜਿਵੇਂ ਕਿ ਐਗਜ਼ਾਮਪਲ ਹੈ, ਅਰਥਕੁਐਕ ਕਮਸ ਇਨ ਜਾਪਾਨ, ਕਿ ਜਾਪਾਨ ਦੇ ਵਿੱਚ ਭੂਚਾਲ ਆਉਂਦੇ ਰਹਿੰਦੇ ਨੇ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉੱਥੇ ਰੋਜ਼ ਹੀ ਭੂਚਾਲ ਆਉਂਦਾ ਹੈ, ਬਟ ਇਹਨਾਂ ਦੀ ਫ੍ਰੀਕੁਐਂਸੀ ਉੱਥੇ ਬਹੁਤ ਜ਼ਿਆਦਾ ਹੈ, ਅਕਸਰ ਉੱਥੇ ਅਰਥਕੁਐਕਸ ਆਉਂਦੇ ਰਹਿੰਦੇ ਨੇ। ਨੈਕਸਟ ਵਨ ਇਜ਼ ਹੈਬਿਟਸ। Habits means ਸਾਡੀਆਂ ਆਦਤਾਂ। He smokes,
फोर्थ वन इज यूनीवर्सल ट्रुथ। यूनीवर्सल ट्रुथ की हुंदा है जी? अजिही सच्चाई, अजिहे तत्थ जिन्हां नूं असीं बदल नहीं सकते, जिवें कि द सन राइजेस इन द ईस्ट, कि सन हमेशा ईस्ट विचों ही निकलेगा, ये तां नहीं हो सकदा कि किसी होर दिशा दे विचों सन निकले, तां इस सच्चाई नूं असीं बदल नहीं सकदे। तां इत्थे असीं प्रेजेंट इंडेफिनिट जां सिंपल प्रेजेंट टेंस यूज करांगे। नोट, in newspaper headlines and commentary of sports, simple present tense is used। कि ਜਦੋਂ ਸਾਡੇ ਕੋਲੇ newspaper headlines ਨੇ ਜਾਂ ਕਮੈਂਟਰੀ ਹੈ ਕਿਸੇ ਸਪੋਰਟਸ ਦੀ, ਜਿਵੇਂ ਕਿ ਕ੍ਰਿਕਟ ਦੀ ਹੁੰਦੀ ਹੈ, ਤਾਂ ਉੱਥੇ ਅਸੀਂ ਕਿਹੜਾ ਟੈਂਸ ਯੂਜ਼ ਕਰਦੇ ਆਂਗੇ? ਪ੍ਰੈਜ਼ੈਂਟ ਇੰਡੈਫੀਨਿਟ ਟੈਂਸ। ਐਗਜ਼ਾਮਪਲਸ, PM ਸਾਇੰਸ ਦਾ ਡੀਲ, ਇਹ ਇੱਕ ਨਿਊਜ਼ਪੇਪਰ ਹੈਡਲਾਈਨ ਹੈ, ਇੱਥੇ ਅਸੀਂ ਇੰਡੈਫੀਨਿਟ ਟੈਂਸ ਯੂਜ਼ ਕੀਤਾ ਹੈ। ਵਿਰਾਟ ਸਟ੍ਰਾਈਕਸ ਦ ਬਾਲ ਐਂਡ ਆਫ ਇਟ ਗੋਜ਼ ਅਕ੍ਰੋਸ ਦ ਬਾਉਂਡਰੀ ਲਾਈਨ। ਦਿਸ ਇਜ਼ ਕਮੈਂਟਰੀ ਆਫ ਸਪੋਰਟਸ ਔਰ ਕ੍ਰਿਕਟ। Third point is simple present tense is used to express planned action of near future। ਕਿ ਨੇੜੇ ਦੇ ਭਵਿੱਖ ਦੇ ਵਿੱਚ ਜਦੋਂ ਅਸੀਂ ਕੋਈ ਐਕਸ਼ਨ ਪਲਾਨ ਕੀਤਾ ਹੈ ਕਿ ਅਸੀਂ ਉਸ ਦਿਨ ਇਹ ਕਰਾਂਗੇ, ਤਾਂ ਉੱਥੇ ਵੀ ਅਸੀਂ present indefinite ਜਾਂ simple present tense use ਕਰਦੇ ਹਾਂ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਾਂਗੇ, PM leaves for China ਨੈਕਸਟ ਵੀਕ, ਕਿ ਜੋ ਪ੍ਰਾਈਮ ਮਿਨਿਸਟਰ ਨੇ ਉਹ ਨੈਕਸਟ ਵੀਕ ਹੀ ਨੇ ਚਾਈਨਾ ਲਈ ਜਾ ਰਹੇ ਨੇ, ਤਾਂ ਇੱਥੇ ਅਸੀਂ ਇੰਡੈਫੀਨਿਟ ਟੈਂਸ ਕੀ ਹੈ ਯੂਜ਼ ਕੀਤਾ ਹੈ। ਹੁਣ ਅਸੀਂ ਇਸ ਟੈਂਸ ਦੇ ਫਾਰਮੂਲਾਜ਼ ਕਰਾਂਗੇ। ਫਾਰਮੂਲਾਜ਼ ਮੀਨਸ ਕਿ ਜੋ ਇੱਕ ਸੈਂਟੈਂਸ ਹੁੰਦਾ ਹੈ ਉਹਦੀ ਸਟਰਕਚਰ ਕੀ ਹੁੰਦੀ ਹੈ? ਸਬਜੈਕਟ, ਦੈਨ ਵਰਬ, ਦੈਨ ਆਬਜੈਕਟ। ਸਬਜੈਕਟ ਤੋਂ ਬਾਅਦ ਵਰਬ ਲਗਾਉਂਦੇ ਆ ਕਿ ਜੋ ਕਿਰਿਆ ਹੋ ਰਹੀ ਹੁੰਦੀ ਆ ਉਸ ਵਾਕ ਦੇ ਵਿੱਚ, ਦੈਨ ਪਿੱਛੇ ਅਸੀਂ ऑब्जेक्ट लगाने आ। तो इस दे अकॉर्डिंग जो प्रेजेंट इंडेफिनेट टेंस है ਜਾਂ सिंपल प्रेजेंट टेंस है, उस दे विच वाकां दी स्ट्रक्चर ਜਾਂ बनतर की होवेगी? फस्ट ऑफ ऑल, जे साडे कोल कोई पॉजिटिव सेंटेंस है, हाँ वाचक पाक है, तो उत्थे इसकी स्ट्रक्चर की होवेगी? सब्जेक्ट प्लस फर्स्ट फॉर्म ऑफ वर्ब प्लस ऑब्जेक्ट। एक गल खास ध्यान देने वाली है कि ये कित्थे लगूगी स्ट्रक्चर? if the subject is I, we, they, you or plural। plural means ਬਹੁਵਚਨ। ਜਿੱਥੇ ਕੰਮ ਕਰਨ ਵਾਲਾ ਜਾਂ subject I, we, they, you ਜਾਂ ਬਹੁਵਚਨ ਹੈ, ਤਾਂ ਉੱਥੇ ਅਸੀਂ subject plus first form of verb plus object ਲਗਾਉਂਦੇ ਹਾਂ। ਤੇ ਜੇ ਇਹੀ ਵਾਕ ਨੂੰ ਅਸੀਂ ਨੈਗੇਟਿਵ ਦੇ ਵਿੱਚ ਕਹਿਣਾ ਹੋਵੇ, ਨਾਵਾਚਕ ਦੇ ਵਿੱਚ ਕਹਿਣਾ ਹੋਵੇ, ਤਾਂ ਇਸ ਦੇ ਵਿੱਚ ਅਸੀਂ do not ਲਗਾਵਾਂਗੇ। subject plus do not plus don't plus first form of verb plus object। ਜੇ ਅਸੀਂ do not ਦੀ ਜਗ੍ਹਾ ਤੇ ਉਸ ਦੀ contracted form short form ਲਗਾਉਣਾ ਚਾਹੁੰਦੇ ਆ, ਤਾਂ ਉਸ ਦੀ ਜਗ੍ਹਾ ਤੇ ਅਸੀਂ don't ਵੀ ਲਗਾ ਸਕਦੇ ਹਾਂ। ਤੇ ਜੇ ਇਹੀ ਵਾਕ ਆਪਣੇ ਕੋਲੇ ਕੁਐਸਚਨ ਵਾਲਾ ਵਾਕ ਹੈ, ਪ੍ਰਸ਼ਨਵਾਚਕ ਹੈ, ਤਾਂ ਜੋ ਹੈਲਪਿੰਗ ਵਰਬ do ਹੈ ਉਹ ਨਿਕਲ ਕੇ ਕੀ ਹੈ ਅੱਗੇ ਆ ਜਾਵੇਗੀ। ਤਾਂ ਸਟਰਕਚਰ ਕੀ ਬਣੇਗੀ? do plus subject plus first form of verb plus object then question mark। ਇਹ ਨਹੀਂ ਭੁੱਲਣਾ ਕਿ ਕੁਐਸਚਨ ਵਾਲੇ ਵਾਕ ਦੇ ਵਿੱਚ ਹਮੇਸ਼ਾ ਕੁਐਸਚਨ ਮਾਰਕ ਪਿੱਛੇ ਲਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਸੈਂਟੈਂਸ ਦੀ ਸੈਂਸ ਬਦਲ ਜਾਂਦੀ ਹੈ। ਤੇ ਜੇ ਆਪਣੇ ਕੋਲੇ ਵਾਕ ਦੇ ਵਿੱਚ ਪ੍ਰਸ਼ਨ ਵੀ ਪੁੱਛਿਆ ਗਿਆ ਤੇ ਉਹ ਨੈਗੇਟਿਵ ਵੀ ਹੈ, ਨਾਵਾਚਕ ਵੀ ਹੈ, ਤਾਂ ਇਸ ਦੀ ਸਟਰਕਚਰ ਕੀ ਹੋਵੇਗੀ? do plus subject plus not plus first form of verb plus object ਪਿੱਛੇ ਕੁਐਸਚਨ ਮਾਰਕ। ਤਾਂ ਇੱਥੇ ਸਬਜੈਕਟ ਤੋਂ ਬਾਅਦ ਕੀ ਹੈ? not ਆਵੇਗਾ। ਤੇ ਜੇ ਅਸੀਂ do ਤੇ not ਦੀ ਕੰਟਰੈਕਟਡ ਫਾਰਮ ਮੀਨਸ don't ਯੂਜ਼ ਕਰਨਾ ਚਾਹੁੰਦੇ ਆ, ਤਾਂ ਉਹ don't ਦੇ ਰੂਪ ਵਿੱਚ ਅੱਗੇ ਆ ਜਾਏਗਾ। then subject first form of verb plus object then question mark। ਤਾਂ ਇਸ ਤਰ੍ਹਾਂ ਇੱਥੋਂ ਤੱਕ ਜੋ ਅਸੀਂ ਸਟਰਕਚਰਸ ਕੀਤੀਆਂ ਨੇ, ਇਹ ਸਾਰੀਆਂ ਕਿਸ ਦੀਆਂ ਨੇ? ਜਿੱਥੇ ਸਬਜੈਕਟ ਹੈ ਉਹ ਪਲੂਰਲ ਹੋਵੇ, ਤੇ ਜੇ ਸਬਜੈਕਟ ਹੈ ਜੋ ਉਹ ਸਿੰਗੂਲਰ ਜਾਂ ਹੀ, ਸ਼ੀ, ਇਟ ਜਾਂ ਕਿਸੇ ਦਾ ਨਾਮ ਹੋਵੇ, ਤਾਂ ਉੱਥੇ ਇਸ ਦੀ ਥੋੜੀ ਜਿਹੀ ਸਟਰਕਚਰ ਦੇ ਵਿੱਚ ਚੇਂਜ ਆਉਂਦਾ ਹੈ, ਜੋ ਕਿ ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਤਾਂ ਉੱਥੇ ਅਸੀਂ ਕੀ ਲਗਾਉਂਦੇ ਹਾਂ ਪੋਜ਼ਿਟਿਵ ਸੈਂਟੈਂਸ ਦੇ ਵਿੱਚ? subject plus first form of verb plus s or es or object। ਇੱਥੇ verb ਦੀ ਪਹਿਲੀ ਫਾਰਮ ਦੇ ਨਾਲ s ਜਾਂ es ਲੱਗੇਗਾ। ਜਿੱਥੇ ਜੋ ਸਬਜੈਕਟ ਹੈ ਉਹ ਸਿੰਗੂਲਰ ਹੈ, ਮੀਨਸ ਜੋ ਕੰਮ ਕਰਨ ਵਾਲਾ ਹੈ ਉਹ ਇਕੱਲਾ ਹੈ, ਜਾਂ ਹੀ, ਸ਼ੀ, ਇਟ ਜਾਂ ਕਿਸੇ ਦਾ ਨੇਮ ਹੈ। ਤੇ ਜੇ ਇਹੀ ਵਾਕ ਅਸੀਂ ਨੈਗੇਟਿਵ ਦੇ ਵਿੱਚ ਬਣਾਉਣਾ ਹੈ, ਨਾਵਾਚਕ ਹੈ, ਦੈਨ
ਸਬਜੈਕਟ ਦੇ ਵਿੱਚ ਕੀ ਹੈ ਡੂ ਦੀ ਜਗ੍ਹਾ ਤੇ ਡਜ਼ ਨਾਟ ਲੱਗ ਜਾਏਗਾ ਤੇ ਜੇ ਇਸ ਦੀ ਕੰਟਰੈਕਟਡ ਫਾਰਮ ਅਸੀਂ ਯੂਜ਼ ਕਰਨਾ ਚਾਹੁੰਦੇ ਆ ਤਾਂ ਇਹ ਡਜ਼ਨਟ ਦੇ ਵਿੱਚ ਬਦਲ ਜਾਏਗਾ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ ਤੇ ਜੇ ਅਸੀਂ ਇਸ ਦੇ ਵਿੱਚ ਕੁਐਸਚਨ ਵਾਲਾ ਵਾਕ ਬਣਾਉਣਾ ਚਾਹੁੰਦੇ ਆ ਤਾਂ ਜੋ ਡਜ਼ ਹੈਲਪਿੰਗ ਵਰਬ ਹੈ ਇਹ ਕੀ ਹੈ ਵਾਕ ਦੇ ਵਿੱਚ ਅੱਗੇ ਆ ਜਾਵੇਗੀ ਪਲੱਸ ਸਬਜੈਕਟ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ ਪਿੱਛੇ ਕੁਐਸਚਨ ਮਾਰਕ ਤੇ ਜੇ ਵਾਕ ਦੇ ਵਿੱਚ ਕੀ ਹੈ ਪ੍ਰਸ਼ਨ ਵੀ ਪੁੱਛਿਆ ਗਿਆ ਤੇ ਉਹ ਨੈਗੇਟਿਵ ਵੀ ਹੈ ਤਾਂ ਡਜ਼ ਅੱਗੇ then subject then not first form of verb and object and question mark ਤੇ ਜੇ ਅਸੀਂ ਨੈਗੇਟਿਵ ਤੇ ਕੁਐਸਚਨ ਵਾਲੇ ਵਾਕ ਦੇ ਵਿੱਚ ਕੀ ਹੈ ਡਜ਼ ਤੇ not ਦੀ ਕੰਟਰੈਕਟਡ ਫਾਰਮ ਯੂਜ਼ ਕਰਨਾ ਚਾਹੁੰਦੇ ਆ ਤਾਂ ਉੱਥੇ ਅਸੀਂ doesn't ਕੀ ਹੈ ਅੱਗੇ ਲਾਵਾਂਗੇ ਪਲੱਸ ਸਬਜੈਕਟ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ ਐਂਡ ਕੁਐਸਚਨ ਮਾਰਕ ਹੁਣ ਅਸੀਂ ਦੇਖਾਂਗੇ ਕਿ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਸਬਜੈਕਟ ਦੇ ਅਕੋਰਡਿੰਗ ਵਰਬ ਕਿਵੇਂ ਲੱਗਦੀ ਹੈ ਜਾਂ ਹੈਲਪਿੰਗ ਵਰਬ ਹੈ ਜੋ ਉਸ ਦੇ ਵਿੱਚ ਡੂ ਜਾਂ ਡਜ਼ ਕਿਵੇਂ ਲੱਗਦੇ ਨੇਗੇ ਕਰੈਕਟ ਦ ਫੋਲੋਇੰਗ ਸੈਂਟੈਂਸਸ what he knows about you this one is wrong sentence what does he know about you this one is right sentence ਹੁਣ ਆਪਾਂ ਇਹਦੀ explanation ਦੇਖਾਂਗੇ in the first statement what is being used to ask a question hence interrogative form should be used after what ਕਿ ਜੋ ਪਹਿਲਾ sentence ਹੈ ਇਹ wrong ਕਿਉਂ ਹੈ ਕਿਉਂਕਿ ਅਸੀਂ ਹੀ ਤੋਂ ਪਹਿਲਾਂ ਹੈਲਪਿੰਗ ਵਰਬ ਨਹੀਂ ਲਗਾਈ ਇਸ ਦੇ ਵਿੱਚ ਡਜ਼ ਨਹੀਂ ਲਗਾਇਆ ਤੇ ਇਹ ਇੱਕ ਇੰਟਰੋਗੇਟਿਵ ਵਾਕ ਹੈ ਪਿੱਛੇ ਆਪਾਂ ਇਹਦੀ ਸਟਰਕਚਰ ਕੀਤੀ ਸੀਗੀ ਕਿ ਇੰਟਰੋਗੇਟਿਵ ਵਾਕ ਦੇ ਵਿੱਚ ਜੇ ਸਬਜੈਕਟ ਇੱਕ ਵਚਨ ਹੈ ਤਾਂ ਉਸ ਦੇ ਨਾਲ ਅਸੀਂ ਉਸ ਤੋਂ ਪਹਿਲਾਂ ਅਸੀਂ ਹੈਲਪਿੰਗ ਵਰਬ ਡਜ਼ ਲਗਾਵਾਂਗੇ ਤੇ ਵਟ ਤੋਂ ਬਾਅਦ ਲਗਾਵਾਂਗੇ ਸੈਕਿੰਡ ਸੈਂਟੈਂਸ ਹੈ ਜੀ I do not know what he knows about you this one is right sentence explanation ਦੇਖਾਂਗੇ in the second sentence what is joining two sentences hence a normal sentence should follow what ਇੱਥੇ ਇਹ ਇੱਕ normal sentence ਹੈ ਕੋਈ interrogative sentence ਨਹੀਂ ਤਾਂ ਹੀ ਅਸੀਂ what ਦੇ ਨਾਲ ਕੀ ਹੈ ਕੋਈ helping verb does ਜਾਂ do ਨਹੀਂ ਲਗਾਈ now come to the third sentence the appeal of the victims to transfer the cases related to riots to some other states do not affect the merit of the case. Change do into does as the main subject is appeal. Explanation. A verb should always agree with the main subject of the sentence. We often relate the verb with the nearest subject, but this is wrong. ਇੱਥੇ ਹੁਣ ਕੀ ਹੈਗਾ ਜੋ ਹੈਲਪਿੰਗ ਵਰਬ ਹੈ ਇਸ ਨੈਗੇਟਿਵ ਸਬਜੈਕਟ ਦੇ ਵਿੱਚ ਇੱਥੇ ਅਸੀਂ ਡੂ ਲਗਾਤੀ ਜੋ ਕਿ ਰੋਂਗ ਹੈ ਇੱਥੇ ਡਜ਼ ਲੱਗੂ ਕਿਉਂਕਿ ਜੋ ਇਸ ਦੇ ਵਿੱਚ ਮੇਨ ਸਬਜੈਕਟ ਹੈ ਉਹ ਕੀ ਹੈ ਦ ਅਪੀਲ ਤੇ ਅਸੀਂ ਡੂ ਨਾਟ ਕਿਸ ਨੂੰ ਦੇਖ ਕੇ ਲਗਾਤਾ ਸ਼ਾਇਦ ਵਿਕਟਿਮਸ ਨੂੰ ਕਿ ਇਹ ਪਲੂਰਲ ਹੈ ਬਟ ਜੋ ਐਕਚੁਅਲ ਸਬਜੈਕਟ ਹੈਗਾ ਉਹ ਦ ਅਪੀਲ ਹੈ ਤਾਂ ਮੇਨ ਸਬਜੈਕਟ ਦੇ ਅਕੋਰਡਿੰਗ ਹੀ ਹੈਲਪਿੰਗ ਵਰਬ ਡੂ ਜਾਂ ਡਸ ਇਸ ਦੇ ਵਿੱਚ यूज होएगी ਅੱਗੇ ਆ ਗਿਆ ਜੀ ਆਪਣੇ ਕੋਲੇ past indefinite tense और simple past ਜੋ ਕਿ ਆਪਣਾ second tense ਹੈ ਹੁਣ past ਆਪਾਂ ਸ਼ੁਰੂ ਦੇ ਵਿੱਚ ਹੀ ਕੀਤਾ ਸੀ past means ਭੂਤਕਾਲ an action that is over is expressed in simple past tense ਕਿ ਉਹ ਕੰਮ ਜੋ ਭੂਤਕਾਲ ਦੇ ਵਿੱਚ ਕੀ ਹੈ ਖਤਮ ਹੋ ਚੁੱਕਿਆ ਹੈ ਜੋ ਪਾਸਟ 'ਚ ਹੀ ਸ਼ੁਰੂ ਹੋਇਆ ਸੀ ਪਾਸਟ 'ਚ ਹੀ ਖਤਮ ਹੋ ਚੁੱਕਿਆ ਹੈ ਉੱਥੇ ਅਸੀਂ ਪਾਸਟ ਇੰਡੈਫੀਨਿਟ ਜਾਂ ਸਿੰਪਲ ਪਾਸਟ ਟੈਂਸ ਯੂਜ਼ ਕਰਾਂਗੇ ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ I saw you but you did not see me ਮੈਂ ਤੁਹਾਨੂੰ ਦੇਖਿਆ ਸੀ ਬਟ ਤੁਸੀਂ ਮੈਨੂੰ ਨਹੀਂ ਦੇਖਿਆ ਤਾਂ ਇਹ ਐਕਸ਼ਨ ਪਾਸਟ ਦੇ ਵਿੱਚ ਹੀ ਹੋਇਆ ਇਸ ਦੇ ਵਿੱਚ ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ ਜੋ ਫਾਰਮੂਲਾਜ਼ ਨੇ ਉਹ ਕਿਵੇਂ ਨੇ ਜੀ ਜੇ ਆਪਣੇ ਕੋਲੇ ਪੋਜ਼ਿਟਿਵ ਸੈਂਟੈਂਸ ਹੈ ਇੱਕ ਸਿੰਪਲ ਵਾਕ ਹੈ ਤਾਂ ਉਸ ਦੇ ਵਿੱਚ ਸਬਜੈਕਟ ਪਲੱਸ ਸੈਕੰਡ ਫਾਰਮ ਆਫ ਵਰਬ ਪਲੱਸ ਆਬਜੈਕਟ ਲੱਗਦਾ ਹੈ ਇੱਥੇ ਇੱਕ ਗੱਲ ਕਲੀਅਰ ਕਰਨ ਵਾਲੀ ਹੈ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਿੱਚ ਕੀ ਹੈ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈਐਸ ਲੱਗਦਾ ਸੀ ਜਾਂ ਕੱਲੀ ਵਰਬ ਦੀ ਫਰਸਟ ਫਾਰਮ ਲੱਗਦੀ ਸੀ ਅਕੋਰਡਿੰਗ ਟੂ ਸਬਜੈਕਟ ਬਟ ਇੱਥੇ ਚਾਹੇ ਸਬਜੈਕਟ ਕੀ ਹੈ ਆਪਣੇ ਕੋਲੇ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ ਪਾਸਟ ਇੰਡੈਫੀਨਿਟ ਦੇ ਵਿੱਚ ਹਮੇਸ਼ਾ ਵਰਬ ਦੀ ਸੈਕੰਡ ਫਾਰਮ ਹੀ ਲੱਗੇਗੀ ਤੇ ਜੇ ਇਹ ਵਾਕ ਆਪਾਂ ਨੈਗੇਟਿਵ ਬਣਾਉਣਾ ਹੈ ਨਾਵਾਚਕ ਵਾਕ ਹੈ ਤਾਂ ਸਬਜੈਕਟ ਪਲੱਸ ਡਿਡ ਨਾਟ ਉੱਥੇ ਆਪਾਂ ਡੂ ਜਾਂ ਡਸ ਲਗਾਉਂਦੇ ਸੀ ਉਹ ਹੁਣ ਇੱਥੇ ਆ ਕੇ
did ਦੇ ਵਿੱਚ ਕਨਵਰਟ ਹੋ ਗਿਆ। ਤੇ ਜੇ ਅਸੀਂ did not ਦੀ ਸ਼ਾਰਟ ਫਾਰਮ ਲਗਾਉਣਾ ਚਾਹੁੰਦੇ ਹਾਂ ਕੰਟਰੈਕਟਡ ਫਾਰਮ ਤਾਂ ਇਹ didn't ਬਣ ਜਾਏਗਾ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ। ਤੇ ਜੇ ਆਪਣੇ ਕੋਲੇ ਵਾਕ ਪ੍ਰਸ਼ਨਵਾਚਕ ਵਾਕ ਹੈ ਤਾਂ ਇਹੀ ਹੈਲਪਿੰਗ ਵਰਬ ਜੋ did ਲੱਗੀ ਆ ਨਿਕਲ ਕੇ ਅੱਗੇ ਆ ਜਾਵੇਗੀ ਪਲੱਸ ਸਬਜੈਕਟ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ ਦੈਨ ਕੁਐਸਚਨ ਮਾਰਕ। ਤੇ ਜੇ ਕਈ ਵਾਰ ਆਪਣੇ ਕੋਲੇ ਵਾਕ ਦੇ ਵਿੱਚ ਕੀ ਹੈ ਪ੍ਰਸ਼ਨ ਵੀ ਪੁੱਛਿਆ ਗਿਆ ਤੇ ਉਹ ਨਾਵਾਚਕ ਵਾਕ ਵੀ ਹੈ ਤਾਂ ਉੱਥੇ ਇਸ ਦੀ ਸਟਰਕਚਰ ਕੀ ਹੋਵੇਗੀ did plus subject plus not plus first form of verb plus object then question mark। ਤੇ ਜੇ ਅਸੀਂ ਅਜਿਹੇ ਵਾਕ ਦੇ ਵਿੱਚ did ਤੇ not ਦੀ ਕੰਟਰੈਕਟਡ ਫਾਰਮ ਯੂਜ਼ ਕਰਨਾ ਚਾਹੁੰਦੇ ਆ ਤਾਂ didn't ਦੇ ਰੂਪ ਵਿੱਚ ਇਹ ਅੱਗੇ ਆ ਜਾਵੇਗੀ plus subject plus first form of verb plus object then question mark। ਤਾਂ ਇਸ ਤਰ੍ਹਾਂ ਇਹ ਸਾਡੀਆਂ past indefinite ਜਾਂ simple past tense ਦੀਆਂ structures ਨੇ। Note, if the sentence starts with it's time, it's high time, or it's about time, and if it is followed by subject, the verb will follow the subject will be in second form। ਕਿ ਜੇ ਵਾਕ ਦੇ ਵਿੱਚ ਕੀ ਹੈ ਸ਼ੁਰੂਆਤ ਦੇ ਵਿੱਚ it's time, it's high time or it's about time ਲੱਗਿਆ ਹੈ ਤੇ ਇਸ ਤੋਂ ਬਾਅਦ ਕੋਈ ਸਬਜੈਕਟ ਲੱਗਿਆ ਤਾਂ ਉੱਥੇ ਹਮੇਸ਼ਾ ਵਰਬ ਦੀ ਸੈਕਿੰਡ ਫਾਰਮ ਆਵੇਗੀ। ਜਦੋਂ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਅਜਿਹੇ ਕੁਐਸਚਨ ਆਉਂਦੇ ਆ ਤਾਂ ਉੱਥੇ ਕਈ ਵਾਰ ਫਰਸਟ ਫਾਰਮ ਜਾਂ ਥਰਡ ਲੱਗੀ ਹੁੰਦੀ ਹੈ ਤਾਂ ਉੱਥੇ ਅਸੀਂ ਇਹ ਪੁਆਇੰਟ ਨੂੰ ਕਲੀਅਰ ਕਰਦੇ ਹੋਏ ਵਰਬ ਦੀ ਸੈਕਿੰਡ ਫਾਰਮ ਲਗਾਵਾਂਗੇ। ਜਿਵੇਂ ਕਿ ਐਗਜ਼ਾਮਪਲਸ ਦੇ ਵਿੱਚ ਦੇਖਦੇ ਆਂਗੇ it's time you should study, this one is wrong sentence, right one is it's time you studied, verb ਦੀ ਇੱਥੇ ਆਪਾਂ second form ਲਗਾਵਾਂਗੇ। if it's time is followed by to, first form will be used। ਤੇ ਜੇ it's time ਤੋਂ ਬਾਅਦ to ਲੱਗਿਆ ਤਾਂ ਉੱਥੇ ਹਮੇਸ਼ਾ verb ਦੀ ਅਸੀਂ ਪਹਿਲੀ ਫਾਰਮ ਲਗਾਵਾਂਗੇ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ it's time to study। Usually in a sentence, do, does or did are not used in positive sentences। ਜਿਵੇਂ ਕਿ ਆਪਾਂ ਪਿੱਛੇ ਵੀ ਸਟਰਕਚਰਸ ਦੇ ਵਿੱਚ ਕੀਤਾ ਹੈ ਕਿ do, does ਤੇ did ਜਾਂ ਤਾਂ ਕੁਐਸਚਨ ਵਾਲੇ ਵਾਕ ਵਿੱਚ ਲੱਗਦਾ ਹੈ ਜਾਂ ਨੈਗੇਟਿਵ ਵਾਕ ਦੇ ਵਿੱਚ ਲੱਗਦਾ ਹੈ। ਆਮ ਤੌਰ ਤੇ ਅਸੀਂ ਇਸ ਨੂੰ ਪੋਜ਼ਿਟਿਵ ਵਾਕ ਦੇ ਵਿੱਚ ਯੂਜ਼ ਨਹੀਂ ਕਰਦੇ as a helping verb, but to emphasize the main verb we use do, does and did before the main verb। in such sentences main verb should be in first form। ਪਰ ਜੇ ਇਹ do, does ਜਾਂ did helping verb ਕਈ ਵਾਰ ਪੋਜ਼ਿਟਿਵ ਸੈਂਟੈਂਸ ਦੇ ਵਿੱਚ ਵੀ ਆ ਜਾਂਦੀਆਂ ਨੇ ਉੱਥੇ ਇਹ ਮੇਨ ਵਰਬ ਨੂੰ ਐਮਫੇਸਾਈਜ਼ ਕਰਦੀਆਂ ਨੇ। ਐਮਫੇਸਾਈਜ਼ ਮੀਨਸ ਕਿਸੇ ਗੱਲ ਨੂੰ ਜ਼ੋਰ ਦੇ ਕੇ ਕਹਿਣਾ ਤਾਂ ਉੱਥੇ ਹਮੇਸ਼ਾ ਵਰਬ ਦੀ ਕੀ ਹੈ ਫਸਟ ਫਾਰਮ ਲੱਗੇਗੀ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ you do come here every day, ਤੁਸੀਂ ਇੱਥੇ ਰੋਜ਼ ਜ਼ਰੂਰ ਆਉਣਾ ਹੈ। he did make a mistake, ਤਾਂ ਇੱਥੇ ਇਹ ਸਿੰਪਲ ਪੋਜ਼ਿਟਿਵ ਸੈਂਟੈਂਸ ਦੇ ਵਿੱਚ ਵੀ ਅਸੀਂ do ਤੇ did ਯੂਜ਼ ਕੀਤਾ। Next point ਹੈ ਜੀ if past time is given in a sentence, the sentence must be in simple past and never in present perfect tense। ਆਪਾਂ ਪਿੱਛੇ confusing pairs ਦੇ ਵਿੱਚ ਕੀਤਾ ਸੀ ਕਿ simple past tense ਤੇ present perfect tense ਦੇ ਵਿੱਚ confusion ਹੁੰਦਾ ਤਾਂ ਇਹ ਇੱਥੇ clear ਕੀਤਾ ਗਿਆ ਕਿ ਜੇ ਵਾਕ ਦੇ ਵਿੱਚ sentence ਦੇ ਵਿੱਚ ਕਿਰਿਆ ਦੇ ਹੋਣ ਦਾ ਸਮਾਂ ਦਿੱਤਾ ਗਿਆ ਹੈ ਪਾਸਟ ਦੇ ਵਿੱਚ ਤਾਂ ਉੱਥੇ ਅਸੀਂ ਸਿੰਪਲ ਪਾਸਟ ਟੈਂਸ ਯੂਜ਼ ਕਰਾਂਗੇ ਕਿ ਉੱਥੇ ਦੱਸਿਆ ਗਿਆ ਕਿ ਇਹ ਕਿਰਿਆ ਪਾਸਟ ਵਿੱਚ ਕਿਹੜੇ ਸਮੇਂ ਹੋਈ ਤਾਂ ਉੱਥੇ ਅਸੀਂ ਪ੍ਰੈਜ਼ੈਂਟ ਪਰਫੈਕਟ ਟੈਂਸ ਨਹੀਂ ਯੂਜ਼ ਕਰਾਂਗੇ। ਜਿਵੇਂ ਕਿ ਐਗਜ਼ਾਮਪਲ ਦੇ ਵਿੱਚ ਦੇਖਦੇ ਹਾਂ I have come yesterday, ਤਾਂ ਇੱਥੇ have ਨਹੀਂ ਲੱਗੇਗਾ। this one is wrong sentence, right one is I came yesterday, second form ਲੱਗੀ ਹੈ ਇੱਥੇ came ਤੇ ਇਹ ਅਸੀਂ ਪਾਸਟ ਇੰਡੈਫੀਨਿਟ ਟੈਂਸ ਦੇ ਵਿੱਚ ਲਾਉਨੇ ਆ ਤਾਂ ਇੱਥੇ ਅਸੀਂ ਸਿੰਪਲ ਪਾਸਟ ਟੈਂਸ ਕੀ ਹੈ ਯੂਜ਼ ਕਰਾਂਗੇ। ਹਾਂਜੀ ਹੁਣ ਆਪਾਂ ਅੱਗੇ ਕਰਾਂਗੇ ਫਿਊਚਰ ਇੰਡੈਫੀਨਿਟ ਔਰ ਸਿੰਪਲ ਫਿਊਚਰ ਟੈਂਸ ਜੋ ਕਿ ਆਪਣਾ ਥਰਡ ਟੈਂਸ ਹੈ। ਫਿਊਚਰ ਆਪਾਂ ਸਟਾਰਟਿੰਗ ਦੇ ਵਿੱਚ ਹੀ ਕੀਤਾ ਹੈ। ਫਿਊਚਰ ਮੀਨਸ ਭਵਿੱਖ ਕਾਲ, ਜੋ ਸਮਾਂ ਹਲੇ ਆਇਆ ਨਹੀਂ ਆਉਣ ਵਾਲਾ, ਜਿਵੇਂ ਕਿ ਆਉਣ ਵਾਲਾ ਕੱਲ।
An action to take place in future comes under simple future tense. ਕਿ ਜੋ ਐਕਸ਼ਨ ਹਲੇ ਭਵਿੱਖ ਕਾਲ ਦੇ ਵਿੱਚ ਹੋਣਾ ਹੈ ਉੱਥੇ ਅਸੀਂ ਸਿੰਪਲ ਫਿਊਚਰ ਟੈਂਸ ਯੂਜ਼ ਕਰਦੇ ਹਾਂ। ਐਗਜ਼ਾਮਪਲ, I shall meet you tomorrow. ਟੁਮਾਰੋ ਮੀਨਸ ਜੋ ਹਲੇ ਕੱਲ ਆਵੇਗਾ, ਮੈਂ ਤੁਹਾਨੂੰ ਕੱਲ ਮਿਲਾਂਗਾ। ਹਲੇ ਉਹ ਮਿਲਿਆ ਨਹੀਂ, ਉਸਨੇ ਫਿਊਚਰ ਦੇ ਵਿੱਚ ਉਸਨੂੰ ਮਿਲਣ ਦੀ ਗੱਲ ਕਹੀ ਹੈ। ਦੈਨ ਇਸ ਦੇ ਫਾਰਮੂਲਾਸ ਕੀ ਹੁੰਦੇ ਨੇ? ਜਦੋਂ ਸਾਡੇ ਕੋਲ ਸਿੰਪਲ ਪ੍ਰੈਜ਼ੈਂਟ ਸਿੰਪਲ ਸੈਂਟੈਂਸ ਹੈ, ਸਿੰਪਲ ਪੋਜ਼ਿਟਿਵ ਸੈਂਟੈਂਸ ਹੈਗਾ, ਤਾਂ ਉੱਥੇ ਅਸੀਂ ਕੀ ਲਾਵਾਂਗੇ ਜੀ ਫਿਊਚਰ ਟੈਂਸ ਦੇ ਵਿੱਚ? ਸਬਜੈਕਟ ਪਲੱਸ ਸ਼ੈਲ ਵਿਲ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ ਐਂਡ ਫੁੱਲ ਸਟਾਪ। ਤੇ ਹੁਣ ਆਪਣੇ ਮਾਈਂਡ ਦੇ ਵਿੱਚ ਆਵੇਗਾ ਕਿ ਕਿੱਥੇ ਸ਼ੈਲ ਲੱਗੇਗਾ ਤੇ ਵਿਲ ਕਿੱਥੇ ਲੱਗੇਗਾ। ਅਕਸਰ ਅਸੀਂ ਆਈ ਤੇ ਵੀ ਨਾਲ ਕੀ ਹੈ ਸ਼ੈਲ ਲਗਾਉਂਦੇ ਆ ਤੇ ਬਾਕੀ ਸਾਰੇ ਕਿਤੇ ਵਿਲ ਲਗਾਉਂਦੇ ਆ। ਦੈਨ ਨੈਗੇਟਿਵ ਸੈਂਟੈਂਸ ਦੇ ਵਿੱਚ ਸਬਜੈਕਟ ਪਲੱਸ ਸ਼ੈਲ ਵਿਲ ਪਲੱਸ ਨੋਟ ਪਲੱਸ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ। ਇਹ ਧਿਆਨ ਰੱਖਣਾ ਹੈ ਕਿ ਨੋਟ ਵੀ ਹਮੇਸ਼ਾ ਪਹਿਲੀ ਹੈਲਪਿੰਗ ਵਰਬ ਤੋਂ ਬਾਅਦ ਹੀ ਲੱਗਦਾ ਹੈ ਤੇ ਜੇ ਅਸੀਂ ਕੁਐਸਚਨ ਵਾਲਾ ਵਾਕ ਬਣਾਉਂਦੇ ਆ ਤਾਂ ਉੱਥੇ ਵੀ ਅਸੀਂ ਪਹਿਲੀ ਹੈਲਪਿੰਗ ਵਰਬ ਨੂੰ ਹੀ ਅੱਗੇ ਲੈ ਕੇ ਜਾਂਦੇ ਆ। ਇਹ ਚੀਜ਼ ਸਾਰੇ ਟੈਂਸਿਸ ਤੇ ਹੀ ਅਪਲਾਈ ਹੁੰਦੀ ਆ। ਤੇ ਜੇ ਅਸੀਂ ਸ਼ੈਲ ਜਾਂ ਵਿਲ ਦੀ ਕੰਟਰੈਕਟਡ ਫਾਰਮ ਯੂਜ਼ ਕਰਨਾ ਚਾਹੁੰਦੇ ਆ, ਸ਼ਾਰਟ ਫਾਰਮ ਯੂਜ਼ ਕਰਨਾ ਚਾਹੁੰਦੇ ਆ, ਤਾਂ ਉਹ ਕੀ ਬਣ ਜਾਏਗਾ? ਸਬਜੈਕਟ ਪਲੱਸ ਸ਼ਾਨ ਵਾਂਟ ਫਰਸਟ ਫਾਰਮ ਆਫ ਵਰਬ ਪਲੱਸ ਆਬਜੈਕਟ। ਦੈਨ ਸਾਡੇ ਕੋਲੇ ਕੁਐਸਚਨ ਵਾਲੇ ਵਾਕ ਆ ਜਾਂਦੇ ਨੇ, ਇੰਟਰੋਗੇਟਿਵ ਸੈਂਟੈਂਸਸ, ਜਿਨ੍ਹਾਂ ਦੇ ਵਿੱਚ ਕੀ ਹੈ ਕੋਈ ਪ੍ਰਸ਼ਨ ਪੁੱਛਿਆ ਗਿਆ ਹੁੰਦਾ। ਉਸ ਵਿੱਚ ਅਸੀਂ ਜੋ ਫਸਟ ਹੈਲਪਿੰਗ ਵਰਬ ਹੈ ਉਸਨੂੰ ਅੱਗੇ ਲਿਆਵਾਂਗੇ, ਜਿਵੇਂ ਕਿ ਇਸ ਵਿੱਚ ਸ਼ੈਲ ਤੇ ਵਿਲ ਅੱਗੇ ਆਇਆ, ਪਲੱਸ ਸਬਜੈਕਟ ਪਲੱਸ ਫਸਟ ਫਾਰਮ ਆਫ ਵਰਬ ਆਬਜੈਕਟ ਦੈਨ ਕੁਐਸਚਨ ਮਾਰਕ। ਤੇ ਜੇ ਕੋਈ ਵਾਕ ਹੈ ਉਸ ਦੇ ਵਿੱਚ ਕੋਈ ਪ੍ਰਸ਼ਨ ਵੀ ਪੁੱਛਿਆ ਗਿਆ ਤੇ ਉਹ ਨਾਵਾਚਕ ਵਾਕ ਵੀ ਹੈ, ਤਾਂ ਉਸ ਦੀ ਸਟਰਕਚਰ ਕੀ ਹੋਵੇਗੀ? shall or will plus subject plus not plus first form of verb plus object and then question mark। ਤੇ ਜੇ shall will ਦੀ ਅਸੀਂ contracted form use ਕਰਨਾ ਚਾਹੁੰਦੇ ਆਂਗੇ ਤਾਂ ਇਹ ਸ਼ਾਨ ਜਾਂ want ਦੇ ਰੂਪ ਵਿੱਚ ਅੱਗੇ ਆ ਜਾਣਗੇ, plus subject first form of verb plus object then question mark। ਤਾਂ ਇਸ ਤਰ੍ਹਾਂ ਇੱਥੇ ਤੱਕ ਅਸੀਂ indefinite ਔਰ simple tense ਦੀਆਂ ਤਿੰਨੇ ਕਿਸਮਾਂ ਕੀ ਹੈ ਕੰਪਲੀਟ ਕਰ ਚੁੱਕੇ ਹਾਂ। ਨੋਟ, ਯੂਜ਼ ਆਫ ਸ਼ੈਲ ਵਿਲ ਇਜ਼ ਐਕਸਪਲੇਨਡ ਇਨ ਮੋਡਲਸ। ਇਸ ਬੁੱਕ ਦੇ ਵਿੱਚ ਕੀ ਹੈ, ਅੱਗੇ ਜਾ ਕੇ ਇੱਕ ਮੋਡਲਸ ਦੇ ਵਿੱਚ ਕੰਪਲੀਟ ਚੈਪਟਰ ਦਿੱਤਾ ਗਿਆ ਹੈ, ਜਿਸ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਪੜਾਂਗੇ ਕਿ ਸ਼ੈਲ ਕਿੱਥੇ ਲੱਗਦਾ ਹੈ ਤੇ ਵਿਲ ਕਿੱਥੇ ਲੱਗਦਾ ਹੈ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਕਾਈਂਡਲੀ ਸਬਸਕ੍ਰਾਈਬ ਐਂਡ ਸ਼ੇਅਰ ਐਂਡ ਹੈਲਪ ਈਚ ਅਦਰ। ਥੈਂਕਸ।